भई अकाल की, कब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 22 ਭਾਦੋਂ ਸੰਮਤ 552 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 6 ਸਤੰਬਰ 2020 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। तिहारी नाम बात तिहारी, नाम बाल तिहारी वे
हर किया कथा कहानियां गुरमीत सुनाइया। 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 बलहारी गुर आपने बलहारी गुर आपने गुर को बल जाइया। गुर को बल जाइया। हर किया कथा कहानियां गुरमीत सुनाइया। हर किया कथा कहानियां गुरमीत सुनाइया। बलहारी गुर आपने बलहारी गुर आपने गुर को बल जाइया। गुर को बल जाइया। हर किया कथा कहानियां गुरमीत सुनाइया। हर किया कथा कहानियां गुरमीत सुनाइया। आए मिल गुर सिखण आए मिल। आए मिल गुर सिखण आए मिल। तू मेरे गुरु के प्यारे। तू मेरे गुरु के प्यारे। आए मिल गुर सिख आए मिल। आए मिल गुर सिख आए मिल। तू मेरे गुरु के प्यारे। हर किया कथा कहानियां गुरमीत सुनाइया। हर किया कथा कहानियां गुरमीत सुनाइया। बलहारी गुर आपने बलहारी गुर आपने गुर को बल जाइया। गुर को बल जाइया। बलहारी गुर आपने गुर को बल जाइया। हर किया कथा कहानियां गुरमीत सुनाइया। हर किया कथा कहानियां गुरमीत सुनाइया। हर के गुण हर पावदे। हर के गुण हर पावदे। से गुरु ते पाए। से गुरु ते पाए। जिन गुर का पाड़ा मन्निया। जिन गुर का पाड़ा मन्निया। जिन गुर का पाड़ा
ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ, ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ, 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 ਗੁਰ ਕਉ ਬਲ ਜਾਈਆਂ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਤੇਰਾ ਨਾਮ ਹੈ, ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਦੁੱਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈਐ, ਗੁਰ ਸੇਵਾ ਤੇ ਪਾਈਐ, ਗੁਰਮੁਖ ਨਿਸਤਾਰਾ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਗੁਰ ਕਉ ਬਲ ਜਾਈਆਂ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਜੋ ਹਰ ਨਾਮ ਧਿਆਏ ਦੇ, ਜੋ ਹਰ ਨਾਮ ਧਿਆਏ ਦੇ, ਜੋ ਹਰ ਨਾਮ ਧਿਆਏ ਦੇ, ਤੇ ਜਨ ਪਰਵਾਨਾ, ਤੇ ਜਨ ਪਰਵਾਨਾ। ਤਿਨ ਵਿਟੋ ਨਾਨਕ ਵਾਰਿਆ, ਤਿਨ ਵਿਟੋ ਨਾਨਕ ਵਾਰਿਆ। ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ। ਜੋ ਹਰ ਨਾਮ ਧਿਆਏ ਦੇ, ਜੋ ਹਰ ਨਾਮ ਧਿਆਏ ਦੇ, ਜੋ ਹਰ ਨਾਮ ਧਿਆਏ ਦੇ, ਤੇ
कुर्बाना सदा सदा कुर्बाना सदा सदा कुर्बाना सदा सदा कुर्बाना हर किया कथा कहानियां गुरमीत सुनाइया हर किया कथा कहानियां गुरमीत सुनाइया बलिहारी गुर आपने 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 योहारी साधवार जिन मानस ते देवते किए करत ना लगी बलिहारी गुर आपने गुर को बल जाइया बलिहारी गुर आपने गुर को बल जाइया हर किया कथा कहानियां गुरमीत सुनाइया हर किया कथा कहानियां गुरमीत सुनाइया हर किया कथा कहानियां हर किया कथा कहानियां हर किया कथा कहानियां गुरमीत सुनाइया वाहिगुरू। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਲ ਪੰਚੋ ਨਹੀਂ ਸਹਸਾ ਚੁਕਾਇਆ। ਸਿਕਦਾਰ ਹੋ ਨਹ ਪਤੀ ਆਇਆ। ਓਮ ਰਾਵ ਹੋ ਆਗੈ ਚੇਰਾ। ਮਿਲ ਰਾਜਨ ਰਾਮ ਨਵੇਰਾ। ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ। ਸਿਕਦਾਰ ਹੋ ਨਹ ਪਤੀ ਆਇਆ। ਓਮ ਰਾਵ ਹੋ ਆਗੈ ਚੇਰਾ। ਮਿਲ ਰਾਜਨ ਰਾਮ ਨਵੇਰਾ। ਆਵ ਢੂਡਨ ਕਤ ਹੋ ਨਾ ਜਾਈ। ਗੋਬਿੰਦ ਭੇਟੇ
ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾ ਕਤ ਆਵੈ ਕਤ ਜਾਈ ਤਹ ਸਾਚ ਨਿਆਏ ਨਵੇਰਾ ਊਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ। ਸਿਕਦਾਰ ਹੋ ਨਹਿ ਪਤੀ ਆਇਆ। ਉਮਰਾਵ ਹੋ ਆਗੈ ਝੇਰਾ। ਮਿਲ ਰਾਜਨ ਰਾਮ ਨਵੇਰਾ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਸੋਰਠ ਮਹੱਲਾ ਪੰਜਵਾ, ਭਾਵ ਕਿ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਚੌਪਦਿਆਂ ਦਾ ਸ਼ਬਦ ਹੈ। ਇਸ ਨੂੰ ਤੀਜੇ ਘਰ ਵਿੱਚ ਗਾਉਣ ਦਾ ਹੁਕਮ ਹੈ ਸਤਿਗੁਰੂ ਵੱਲੋਂ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 621 ਅੰਗ ਤੇ ਸੁਸ਼ੋਭਿਤ ਹੈ। ਸੋਰਠ ਮਹੱਲਾ ਪੰਜਵਾ, ਘਰ ਤੀਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਨਗਰ ਦੇ ਪੈਂਚਾਂ ਨੂੰ ਮਿਲ ਕੇ ਕਾਮਾਦਿਕ ਵੈਰੀਆਂ
ਤੋਂ ਪੈ ਰਿਹਾ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ। ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਬੈਰੀ ਤੰਗ ਨਹੀਂ ਕਰਨਗੇ। ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤਿਆਂ ਕੁਝ ਨਹੀਂ ਬਣਦਾ। ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਤੇ ਕਾਮਾਦਿਕ ਬੈਰੀਆਂ ਦਾ ਡਰ ਮੁੱਕ ਜਾਂਦਾ ਹੈ। ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ, ਤਦੋਂ ਹੁਣ ਕਾਮਾਦਿਕ ਬੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ ਕਿਸੇ ਹੋਰ ਥਾਂ ਆਸਰਾ ਭਾਲਣ ਦੀ ਲੋੜ ਨਾ ਰਹਿ ਗਈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਭਾਈ, ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ, ਭਾਵ ਕਿ ਚਿੱਤ ਜੋੜਦਾ ਹੈ, ਤਦੋਂ ਇਸ ਦੀ ਕਾਮਾਦਿਕ ਬੈਰੀਆਂ ਦੇ ਵਿਰੁੱਧ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ। ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ। ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ। ਹੇ ਭਾਈ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ ਕਾਮਾਦਿਕ ਨਾਲ ਹੋ ਰਹੀ ਟੱਕਰ ਦਾ ਫੈਸਲਾ ਹੋ ਜਾਂਦਾ ਹੈ। ਉਸ ਦਰਗਾਹ ਦੇ ਵਿੱਚ ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹਜ਼ੂਰੀ ਦੇ ਵਿੱਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ ਜਾਣਦਾ ਹੈ। ਉਸ ਦੇ ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ ਉਸ ਦੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ। ਹੇ ਭਾਈ, ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ। ਉਸ ਨਾਲ ਮਿਲਾਪ ਅਵਸਥਾ ਦੇ ਵਿੱਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਇੱਕ ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ ਤੇ ਮਨੁੱਖ ਉੱਤੇ ਕਾਮਾਦਿਕ ਬੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ। ਪਰ ਹੇ ਭਾਈ, ਉਸ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ। ਹੇ ਨਾਨਕ, ਜੇ ਉਸ ਨੂੰ ਮਿਲਣਾ ਹੈ ਤਾਂ ਆਪਾ ਭਾਵ ਗਵਾ ਕੇ ਉਸ ਨੂੰ ਮਿਲ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਪ੍ਰਭ ਤੇਰੇ ਪਗ ਕੀ ਧੂਰ, ਤੇਰੇ ਪਗ ਕੀ ਧੂਰ, ਤੇਰੇ ਪਗ ਕੀ ਧੂਰ, ਧੂਰ ਪ੍ਰਭ ਤੇਰੇ ਪਗ ਕੀ ਧੂਰ ਧੂਰ ਪ੍ਰਭ ਤੇਰੇ ਪਗ ਕੀ ਧੂਰ, ਧੂਰ ਧੂਰ ਪ੍ਰਭ ਤੇਰੇ ਪਗ ਕੀ ਧੂਰ, ਦੀਨ ਦਇਆਲ ਹਿਤਮ ਮਨ ਮੋਹਨ, ਦੀਨ ਦਇਆਲ ਹਿਤਮ ਮਨ ਮੋਹਨ, ਕਰ ਕਿਰਪਾ ਮੇਰੀ ਲੋਚਾ, ਧੂਰ ਪ੍ਰਭ ਤੇਰੇ ਪਗ ਕੀ ਧੂਰ, ਧੂਰ ਪ੍ਰਭ ਤੇਰੇ ਪਗ ਕੀ ਧੂਰ।
तेरे तेरे पग की प्रभ तेरे पग की धूल तेरे तेरे पग की प्रभ तेरे पग की धूल धूल प्रभ तेरे पग की धूल तेरे तेरे पग की धूल अब तेरे पग की धूल तेरे पग की धूल पग की धूल पग की धूल प्रभु तेरे पग की धूल तेरे पग की धूल तेरे 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 पग की प्रभ तेरे पग की धूल धूल प्रभ तेरे पग की धूल दीन दयाल प्रियतम मनमोहन दीन दयाल प्रियतम मनमोहन कर के रूपा मेरी लोटा पूरा प्रभु तेरे पग की धूल धूल प्रभु तेरे पग की धूल दर्द सुराव दया जैसी तुमरा दर्द सुराव दया जैसी तुमरा अंतर जामी सदा हजूर दर्द सुनावर जैसी तुमरा अंतर जामी सदा हजूर जो तुमरा जस गावे है करते जो तुमरा जस गावे है करते से जान तब न मारते धूल प्रभु तेरे पग की धूल धूल प्रभु तेरे पग की धूल धूल प्रभु तेरे पग की धूल दीन दयालु तम मनमोहन दीन दयालु तम मनमोहन कर के रूपा मेरी लोचा पूरा प्रभु तेरे पग की धूल धूल प्रभु तेरे पग की धूल तांदो बंधु बिन से माया के तांदी बंधु बिन से माया के बिन से माया के तांदो बंधु बंधु बंधु
भगवंत बिन जमाया साधु संगत मिटे बसूर मिटे मिटे बसूर बंधु बंधु बिन से माया के बंधु बिन जमाया साधु 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 मिटे भगवान बिन माया के बिन से माया के बिन से माया के बिन से माया तंग बंधु बिन से माया के बिन से माया के साधु संगत मिटे बेजूर साधु संगत मिटे बेसूर मिटे बेसूर मिटे बेसूर बंध बंध बिन से माया के साधु संगत मिटे बेसूर सुख संपद भोग किस जी सुख संपद बिन हर नानक जाने पूरो प्रभु तेर बरगिन धूर प्रभु तेर बरगिन धूर प्रभु तेर बरगिन दीन दयाल दम मन कार के रूपा मेरी लो क्या पूरा प्रभु तेरे बरगी धूर प्रभु तेरे बरगी धूर तेरे पग की ਇਹ ਸਨ ਭਾਈ ਅਵਤਾਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਰਾਗ ਢੋਡੀ ਦੇ ਵਿੱਚ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸੋਰਠ 5th ਮਹਿਲ 3rd ਹਾਊਸ ਚੌਪਦਾਸ One universal creator God by the grace of the true Guru. Meeting with the council, my doubts were not dispelled. The chiefs did not give me satisfaction. I presented my dispute to the nobleman as well, but it was only settled by the meeting with the king, my lord. Now I do not go searching anywhere else, because I have met the Guru, the Lord of the universe. Pause. When I came to God's Darbar, his holy court, then all my cries and complaints were settled. Now that I attained what I had sought, where should I come and where should I go? There true justice is administered. There Lord Master and his disciple are one and the same. The inner knower, the searcher of hearts knows. Without our speaking, he understands. He is the King of all places. There the unstruck melody of the Shabd resounds. Of what use is cleverness when dealing with him? Meeting with him, O Nanak, one loses his self-conceit. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ।
ਤੇ ਆਓ ਚੱਲਦੇ ਹਾਂ ਅਸੀਂ ਇੱਕ ਸ਼ਬਦ ਸਰਵਣ ਕਰਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਨੇ। कवन संजोग मिलो प्रभ अपने, कवन संजोग मिलो प्रभ अपने, कवन संजोग, कवन संजोग, कवन संजोग मिलो प्रभ अपने, कवन संजोग, कवन संजोग मिलो प्रभ अपने, कवन संजोग मिलो प्रभ अपने, पल पल नीमख सदा हर जपने, पल पल निमख सदा हर जपने, कवन संजोग मिलो प्रभ अपने, कवन संजोग मिलो प्रभ अपने, कवन संजोग मिलो प्रभ अपने, कवन संजोग, पल पल नीमख सदा हर जपने, पल पल नीमख सदा हर जपने, कवन संजोग मिलो प्रभ अपने, कवन संजोग मिलो प्रभ अपने, राग बिलावल महला पंजवा, कवन संजोग मिलो प्रभ अपने, 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 चरण कमल प्रभ के नित ध्यान, चरण कमल प्रभ के नित ध्यान, कवन समत जत प्रीतम पावो, कवन संजोग मिलो प्रभ अपने, कवन संजोग मिलो प्रभ अपने, बिलावल महला पंजवा, कवन संजोग मिलो प्रभ अपने,
पल पल निमक सदा हर जपने रहाओ चरण कमल प्रभ के नित ध्यान कमन सुमत जित प्रीतम पाओ ऐसी कृपा करो प्रभु मेरे ऐसी कृपा करो प्रभु मेरे गरे गम गरे सा गरे गम गरे सा 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 गरे गम गरे सा धबा 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 दम बमगा गरे गम धबा दम बमगा मरे सा कवन संजोग पापा पानी निदा निसा सा 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 पानी दा निसा सरे रे लर निदा धबा 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 मगा गम धबा मगा मरे सा ऐसी कृपा करो प्रभु मेरे ऐसी कृपा करो प्रभु मेरे हर नानक बिसर ना गाऊं बेरे हर नानक बिसर ना गाऊं बेरे कमन संजोग मिलो प्रभु अपने कमन संजोग मिलो प्रभु अपने पल पल निमक सदा हर जपने हर जपने हर जपने कवन संजोग कवन संजोग कवन संजोग ਹਾਂਜੀ, ਇਹ ਸਨ ਭਾਈ ਬਲਵੀਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਰਾਗ ਬਿਲਾਵਲ ਦੇ ਵਿੱਚ ਇਹ ਸ਼ਬਦ ਸਰਵਨ ਕੀਤਾ ਹੈ। ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਜਿਵੇਂ ਕਿ ਸਾਡੇ ਸਰੋਤੇ ਜਾਣਦੇ ਨੇ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲੜੀਵਾਰ ਜਿਹੜੀਆਂ ਵਿਚਾਰਾਂ ਨੇ ਵਿਦਵਾਨ ਪੁਰਖਾਂ ਦੀਆਂ ਲਿਖੀਆਂ ਹੋਈਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਤੇ ਪਿਛਲੇ ਕੁਝ ਸਮੇਂ ਤੋਂ ਅਸੀਂ ਸੋਢੀ ਹਰਭਜਨ ਸਿੰਘ ਉਹਨਾਂ ਦੀਆਂ ਲਿਖੀਆਂ ਹੋਈਆਂ ਵਿਚਾਰਾਂ ਭਜਨ ਬੰਦਗੀ ਦਾ ਪ੍ਰਤਾਪ ਕਿਤਾਬ ਦੇ ਵਿੱਚੋਂ ਆਪ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਤੇ ਅੱਜ ਦਾ ਜਿਹੜਾ ਲੇਖ ਹੈ ਉਹਦਾ ਉਹਨਾਂ ਨੇ ਸ਼ੀਰਸ਼ਕ ਦਿੱਤਾ ਹੈ ਸਿਮਰਨ ਦੀਆਂ ਬਰਕਤਾਂ। ਆਪ ਜੀ ਲਿਖਦੇ ਨੇ, ਅਕਾਲ ਪੁਰਖ ਨੇ ਜਦੋਂ ਇਸ ਸੰਸਾਰ ਦੀ ਰਚਨਾ ਕੀਤੀ ਤਾਂ ਉਸ ਦਾ ਪ੍ਰਯੋਜਨ ਇੱਕ ਡਰਾਮਾ ਖੇਡਣਾ ਸੀ। ਸੋ ਉਸਨੇ ਅਸਾਂ ਜੀਵਾਂ ਨੂੰ ਉਸ ਡਰਾਮੇ ਦੇ ਪਾਤਰ ਐਕਟਰ ਬਣਾ ਕੇ ਇੱਥੇ ਭੇਜਿਆ ਤੇ ਜੋ ਪਾਠ ਜਿਸ ਕਿਸੇ ਨੂੰ ਦਿੱਤਾ, ਬੁਰਾ ਜਾਂ ਭਲਾ, ਉਹ ਖੇਡ ਕੇ ਉਸ ਕਰਨਹਾਰ ਪਾਸ ਦੂਜੇ ਡਰਾਮੇ ਦੀ ਤਿਆਰੀ ਲਈ ਚਲਾ ਜਾਂਦਾ ਹੈ। ਕੋਈ ਪਾਪ ਜਾਂ ਪੁੰਨ ਜੀਵ ਵਾਸਤੇ ਨਹੀਂ ਸੀ। ਗੁਰਬਾਣੀ ਦਾ ਫਰਮਾਨ ਹੈ, ਕੀਆ ਖੇਲ ਬੜ ਮੇਲ ਤਮਾਸਾ, ਬਾਹ ਗੁਰੂ ਤੇਰੀ ਸਭ ਰਚਨਾ। ਤੇ ਇਸੇ ਤਰ੍ਹਾਂ ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸੇ ਆਈ। ਇਸ ਤਰ੍ਹਾਂ ਜੀਵ ਹੁਕਮ ਦਾ ਬੱਧਾ ਹੋਇਆ ਆਉਂਦਾ ਸੀ, ਉਸੇ ਹੁਕਮ ਦਾ ਬੱਧਾ ਹੋਇਆ ਚਲੇ ਜਾਂਦਾ ਸੀ। ਉਸ ਨੂੰ ਲੇਸ ਮਾਤਰ ਵੀ ਕਿਸੇ ਪਾਪ ਪੁੰਨ ਦਾ ਲੇਖ ਨਹੀਂ ਸੀ। ਉਸ ਦੇ ਹੱਥਾਂ ਜਾਂ ਮੱਥੇ ਦੀ ਕੋਈ ਲਕੀਰ ਨਹੀਂ ਸੀ। ਉਸ ਲਈ ਨਾ ਕੋਈ ਸਵਰਗ ਸੀ, ਨਾ ਕੋਈ ਨਰਕ, ਨਾ ਕੋਈ ਬੈਰ ਸੀ, ਨਾ ਵਿਰੋਧ। ਇਹ ਕੇਵਲ ਹੁਕਮੀ ਬੰਦਾ ਸੀ। ਸਮਾਂ ਪਾ ਕੇ
ਇਸ ਦੇ ਅੰਦਰ ਹਉਮੈ ਆ ਗਈ ਤੇ ਇਸ ਨੇ ਆਪਣੇ ਆਪ ਨੂੰ ਕਰਤਾ ਮੰਨ ਲਿਆ। ਜਦੋਂ ਕਰਤਾ ਮੰਨਿਆ, ਜਦ ਇਸ ਨੂੰ ਇਸ ਖੇਡ ਵਿੱਚ ਕੋਈ ਚੰਗਾ ਪਾਠ ਮਿਲ ਗਿਆ, ਚਾਹੀਦਾ ਤਾਂ ਸੀ ਇਹ ਕਿ ਸੱਚੇ ਪਾਤਸ਼ਾਹ ਦਾ ਧੰਨਵਾਦੀ ਹੁੰਦਾ ਕਿ ਤੁਸਾਂ ਮੇਰੇ ਪਾਸੋਂ ਦਇਆ ਕਰਕੇ ਇਹ ਚੰਗਾ ਕੰਮ ਕਰਵਾ ਲਿਆ ਹੈ, ਪਰ ਇਸ ਦੇ ਉਲਟ ਹਉਮੈ ਆ ਗਈ ਤੇ ਚੰਗੇ ਕਰਮ ਦਾ ਫਲ ਮੰਗਣ ਲੱਗ ਪਿਆ, ਬੁਰੇ ਕੰਮ ਨੂੰ ਹੁਕਮ ਸਮਝਣ ਲੱਗ ਪਿਆ। ਕੁਦਰਤ ਦਾ ਇਹ ਨੇਮ ਹੈ, ਜਦ ਕੋਈ ਆਪਣੇ ਚੰਗੇ ਕੰਮ ਦਾ ਫਲ ਮੰਗਦਾ ਹੈ ਜਾਂ ਮੰਗੇਗਾ ਤਾਂ ਬੁਰੇ ਕੰਮ ਦਾ ਦੰਡ ਵੀ ਉਸ ਨੂੰ ਮਿਲੇਗਾ ਜ਼ਰੂਰ। ਇਹ ਕਦਾਚਿਤ ਨਹੀਂ ਹੋ ਸਕਦਾ ਕਿ ਚੰਗੇ ਕਰਮ ਦਾ ਤੁਸਾਨੂੰ ਇਨਾਮ ਮਿਲੇ ਤੇ ਬੁਰੇ ਲਈ ਮੁਆਫੀ ਮਿਲ ਜਾਵੇ। ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਦੇ ਵਿੱਚ ਇਹ ਸਭ ਕੁਝ ਸਪਸ਼ਟ ਕੀਤਾ ਹੈ ਗੁਰੂ ਸਾਹਿਬਾਨ ਨੇ। ਜੈ ਆਪ ਰਚਿਓ ਪਰਪੰਚ ਆਕਾਰ, ਤਿਹੋ ਗੁਣ ਮਹਿ ਕੀਨੋ ਵਿਸਥਾਰ। ਪਾਪ ਪੁੰਨ ਤਹਿ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ। ਸੋ ਪਾਪ ਤੇ ਪੁੰਨ ਦਾ ਵਿਚਾਰ ਅਸਾਂ ਆਪ ਹੀ ਬਣਾ ਲਿਆ, ਪਰ ਅਸਲੀਅਤ ਇਹ ਹੈ ਕਿ ਜੋ ਕਿਛ ਨਾਹੀਂ ਸੋ ਕਿਛ ਨਾਹੀਂ, ਜੇ ਮੈਂ ਤੇ ਹੋਵੇ ਮੇਰੇ ਠਾਕੁਰ ਅਗਮ ਅਪਾਰੇ। ਇਸ ਦੇ ਉਲਟ ਜੇ ਕੋਈ ਇਮਤਿਹਾਨ ਦੇ ਵਿੱਚੋਂ ਪਾਸ ਹੋ ਜਾਵੇ ਤਾਂ ਹਉਮੈ ਦੇ ਵਿੱਚ ਫੁੱਲਿਆ ਹੋਇਆ ਕਹਿੰਦਾ ਹੈ, ਮੈਂ ਬੜੀ ਮਿਹਨਤ ਕੀਤੀ, ਇਸ ਕਰਕੇ ਬਹੁਤ ਚੰਗੇ ਨੰਬਰ ਲਏ ਨੇ। ਇਸ ਦੇ ਉਲਟ ਜੇ ਕੋਈ ਫੇਲ ਹੋ ਜਾਵੇ ਤਾਂ ਆਖਦਾ ਹੈ ਕਿ ਰੱਬ ਨੇ ਫੇਲ ਕਰ ਦਿੱਤਾ। ਜੇਕਰ ਕੋਈ ਰੋਗੀ ਅਰੋਗਤਾ ਪ੍ਰਾਪਤ ਕਰ ਲਵੇ ਤਾਂ ਕਹਿੰਦਾ ਹੈ, ਅਸੀਂ ਅਮਕੇ ਪ੍ਰਸਿੱਧ ਵੈਦ ਜਾਂ ਡਾਕਟਰ ਤੋਂ ਇਲਾਜ ਕਰਵਾਇਆ ਹੈ ਤੇ ਦਵਾਈ ਵੀ ਉਸਨੇ ਅਮਰੀਕਾ ਤੋਂ ਮੰਗਾ ਕੇ ਦਿੱਤੀ ਹੈ। ਇਸ ਦੇ ਉਲਟ ਜੇਕਰ ਕੋਈ ਮਰੀਜ਼ ਮਰ ਜਾਵੇ ਤਾਂ ਦੋਸ਼ ਵਾਹਿਗੁਰੂ ਤੇ ਲਾਇਆ ਜਾਂਦਾ ਹੈ, ਹਾਲਾਂਕਿ ਹੁਕਮ ਤਾਂ ਇਹ ਹੈ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਜਦ ਅਸਾਂ ਨੇ ਆਪਣੇ ਆਪ ਨੂੰ ਕਰਤਾ ਮੰਨ ਲਿਆ ਤਾਂ ਮਾਲਕ ਨੇ ਕਿਹਾ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵਹੁ ਜਾਓ। ਤੇ ਇਸੇ ਤਰ੍ਹਾਂ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਸੋ ਬੁਰੇ ਕਰਮ ਦਾ ਫਲ ਬੁਰਾ ਤੇ ਭਲੇ ਦਾ ਭਲਾ ਮਿਲਣਾ ਜ਼ਰੂਰੀ ਸੀ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਅਸੀਂ ਬੀਜਦੇ ਤਾਂ ਕਿੱਕਰਾਂ ਹਾਂ ਤੇ ਆਸ ਕਰਦੇ ਹਾਂ ਕਿ ਇਹਨਾਂ ਨੂੰ ਅੰਗੂਰ ਲੱਗਣ। ਬਾਬਾ ਫਰੀਦ ਜੀ ਇਹ ਗੱਲ ਸਪਸ਼ਟ ਕਰਦੇ ਨੇ, ਫਰੀਦਾ ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇੰਦਾ, ਪੈਦਾ ਲੋੜੈ ਪੱਟ। ਤੇ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ, ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਪਾਪ ਕਰਮ ਕਰਕੇ ਅਸੀਂ ਬੜੇ ਖੁਸ਼ ਹੁੰਦੇ ਹਾਂ, ਪਰ ਜਦ ਸਜ਼ਾ ਮਿਲਦੀ ਹੈ ਤਾਂ ਅਸੀਂ ਰੋਂਦੇ ਹਾਂ। ਜਦ ਅਸੀਂ ਕਣਕ ਬੀਜੀ ਹੈ ਤਾਂ ਕਣਕ ਹੀ ਉੱਗੇਗੀ, ਮਕਈ ਕਦੀ ਨਹੀਂ ਉੱਗ ਸਕਦੀ। ਤੇ ਇੱਥੇ ਉਸ ਸਮੇਂ ਦੀ ਉਦਾਹਰਨ ਦੇ ਰਹੇ ਨੇ ਭਾਈ ਸਾਹਿਬ, ਕਹਿੰਦੇ ਨੇ ਕਿ ਪਿੱਛੇ ਜਦ ਡਾਲਡਾ ਮਾਰਕੀਟ ਦੇ ਵਿੱਚ ਮੁਸ਼ਕਲ ਦੇ ਨਾਲ ਮਿਲਦਾ ਸੀ, ਐਸਾ ਸਮਾਂ ਸੀ ਸ਼ਾਇਦ 70s ਦੇ ਵਿੱਚ ਜਦੋਂ ਐਸਾ ਹੋਇਆ ਸੀ, ਇੱਕ ਬੰਦਾ ਡਾਲਡੇ ਦੇ ਖਾਲੀ ਡੱਬੇ ਪਾਣੀ ਨਾਲ ਭਰ ਕੇ ਟਰੱਕ ਦੇ ਵਿੱਚ ਲੱਦ ਕੇ ਦਿੱਲੀ ਬਾਜ਼ਾਰ ਵਿੱਚ ਲੈ ਗਿਆ। ਚੌਂਕ ਵਿੱਚ ਖੜਾ ਹੋ ਕੇ ਹੋਕਾ ਦਿੱਤਾ, ਜਿਸ ਨੂੰ ਡਾਲਡਾ ਚਾਹੀਦਾ ਹੋਵੇ ਭਰਿਆ ਭਰਾਇਆ ਟੀਨ ਲੈ ਜਾਵੇ, ਕੀਮਤ ਵੀ ਵਾਜਬ ਲੱਗੇਗੀ। ਦੁਨੀਆ ਟੁੱਟ ਕੇ ਪੈ ਗਈ ਤੇ ਮਿੰਟਾਂ ਦੇ ਵਿੱਚ ਸਾਰਾ ਟਰੱਕ ਖਾਲੀ ਹੋ ਗਿਆ। ਉਸ ਨੂੰ ਹਜ਼ਾਰਾਂ ਰੁਪਈਏ ਮੁਫਤ ਦੇ ਵਿੱਚ ਮਿਲ ਗਏ। ਹੁਣ ਸੋਚੋ, ਜੇਕਰ ਉਸ ਬੰਦੇ ਦੇ ਘਰ ਨੂੰ ਚੋਰ ਲੁੱਟ ਕੇ ਲੈ ਜਾਣ ਜਾਂ ਉਸ ਨੂੰ ਅੱਗ ਲੱਗ ਜਾਵੇ ਤਾਂ ਕੀ ਉਸ ਨੂੰ ਰੋਣਾ ਚਾਹੀਦਾ ਹੈ? ਕਦਾਚਿਤ ਨਹੀਂ, ਪਰ ਅਸੀਂ ਦੋਸ਼ ਸਿਰਜਣਹਾਰ ਤੇ ਲਾਉਂਦੇ ਹਾਂ। ਭਗਤ ਤਰਲੋਚਨ ਜੀ ਨੇ ਤਾਂ ਠੀਕ ਹੀ ਆਪਣੀ ਘਰਵਾਲੀ ਨੂੰ ਇਹ ਸ਼ੁਭ ਉਪਦੇਸ਼ ਦਿੱਤਾ ਸੀ, ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਸਰ ਆਈਸੈਕ ਨਿਊਟਨ ਇੱਕ ਪ੍ਰਸਿੱਧ ਸਾਇੰਸਦਾਨ ਹੋਏ ਨੇ। ਉਹਨਾਂ ਦੀ ਇੱਕ ਖੋਜ ਜੋ ਉਹਨਾਂ ਕਈ 100 ਸਾਲ ਪਹਿਲਾਂ ਲੱਭੀ ਸੀ, ਇਹ ਸੀ, ਐਕਸ਼ਨ ਐਂਡ ਰਿਐਕਸ਼ਨ ਆਰ ਆਪੋਜਿਟ ਐਂਡ ਇਕੁਅਲ।
ਜਿੰਨੀ ਜ਼ੋਰ ਦੇ ਨਾਲ ਅਸੀਂ ਗੇਂਦ ਨੂੰ ਜ਼ਮੀਨ ਤੇ ਮਾਰਾਂਗੇ, ਓਨੇ ਹੀ ਜ਼ੋਰ ਦੇ ਨਾਲ ਉਹ ਗੇਂਦ ਬੁੜਕੇਗੀ। ਜਦ ਜੀਵ ਕਰਤਾ ਬਣ ਗਿਆ ਤਾਂ ਉਸ ਦੇ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਹੀ ਪਵੇਗਾ, ਭਾਵੇਂ ਉਹ ਹੱਸ ਕੇ ਭੋਗ ਲਵੇ, ਭਾਵੇਂ ਰੋ ਕੇ। ਗੁਰਬਾਣੀ ਦਾ ਫਰਮਾਨ ਹੈ, ਕਰਮ ਭੋਗ ਭੋਗੈ ਥਟਹਿ, ਮੂਰਖ ਗਿਆਨੀ ਦੋਏ। ਗਿਆਨੀ ਭੋਗੈ ਗਿਆਨ ਸੋ, ਮੂਰਖ ਭੋਗੈ ਰੋਏ। ਭਾਣਾ ਮੂਰਖ ਵੀ ਮੰਨਦਾ ਹੈ ਤੇ ਗਿਆਨੀ ਵੀ। ਮੂਰਖ ਰੋ ਕੇ, ਪਿੱਟ ਕੇ, ਸਿਰ ਖੋਹ ਕੇ, ਸਿਹਤ ਗਵਾ ਕੇ, ਰੋਗ ਸਹੇੜ ਕੇ ਮੰਨਦਾ ਹੈ, ਤੇ ਗਿਆਨੀ ਆਖਦਾ ਹੈ, ਮਨ ਮੂਰਖ ਕਾਹੇ ਬਿਲ ਲਾਈਏ, ਪੂਰਬ ਲਿਖੇ ਕਾ ਲਿਖਿਆ ਪਾਈਏ। ਬੁਰੇ ਕੰਮ ਕਰਨ ਤੋਂ ਪਹਿਲਾਂ ਸਾਨੂੰ ਪੂਰੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇਸ ਬੁਰੇ ਕੰਮ ਦਾ ਫਲ ਮੈਨੂੰ ਅਵੱਸ਼ ਮਿਲਣਾ ਹੈ, ਜਲਦੀ ਜਾਂ ਦੇਰੀ ਨਾਲ। ਦੁਨੀਆ ਦੀ ਕੋਈ ਸ਼ਕਤੀ ਸਾਨੂੰ ਇਸ ਕਾਨੂੰਨ ਤੋਂ ਬਚਾ ਨਹੀਂ ਸਕਦੀ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਏ। ਜਦ ਬੀਜ ਭੂਮੀ ਵਿੱਚ ਬੀਜਿਆ ਜਾਵੇ ਤਾਂ ਉਸਨੇ ਜ਼ਰੂਰ ਹੀ ਉੱਗ ਪੈਣਾ ਹੈ। ਕਈ ਬੀਜ ਜਲਦੀ ਉੱਗ ਪੈਂਦੇ ਨੇ ਤੇ ਕਈ ਦੇਰੀ ਨਾਲ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਕੰਮ ਅਸੀਂ ਲੁਕ ਛਿਪ ਕੇ ਕਰਦੇ ਹਾਂ, ਕੀ ਉਸ ਦਾ ਬੁਰਾ ਫਲ ਕਿਸੇ ਤਰੀਕੇ ਨਾਲ ਟਲ ਸਕਦਾ ਹੈ ਜਾਂ ਨਹੀਂ। ਗੁਰਬਾਣੀ ਦਾ ਫਰਮਾਨ ਹੈ, ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਭਗਤ ਤਰਲੋਚਨ ਜੀ ਮਹਾਰਾਜ ਨੇ ਇਹੀ ਫਰਮਾਇਆ ਹੈ, ਪਰ ਨਾਲ ਕੁਝ ਸੁਝਾਅ ਵੀ ਦਿੱਤਾ ਹੈ। ਆਪ ਫਰਮਾਉਂਦੇ ਨੇ, ਪੂਰਬਲੋ ਕ੍ਰਿਤ ਕਰਮ ਨਾ ਮਿਟੈਰੀ, ਘਰ ਗੇਹਣ ਤਾਂ ਚੇ ਮੋਹੇ ਜਾਪੀ ਅਲੇ, ਰਾਮ ਚੇ ਨਾਮ। ਹਲ ਕੇਵਲ ਤਾਂ ਕੇਵਲ ਨਾਮ ਸਿਮਰਨ ਅਭਿਆਸ ਹੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਘੋਰ ਦੁਖੰ ਅਨਕ ਹਤਿਅੰ, ਜਨਮ ਦਰਿਦਰੰ ਮਹਾ ਬਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ। ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਭਾਵ ਕਿ ਇਹ ਜੀਵ ਘੋਰ ਦੁਖੀ ਹੋਵੇ, ਅਨੇਕਾਂ ਹੀ ਹੱਤਿਆ ਕੀਤੀਆਂ ਹੋਣ, ਜਨਮ ਦਾ ਦਲਿਦਰੀ ਭਾਵ ਗਰੀਬ ਹੋਵੇ ਤੇ ਬਹੁਤ ਹੀ ਝਗੜਾਲੂ ਹੋਵੇ, ਇਹ ਸਭ ਕੁਝ ਮਿਟ ਸਕਦਾ ਹੈ ਹਰੀ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ। ਕਿਵੇਂ? ਜਿਵੇਂ ਅਗਨੀ ਲੱਕੜੀ ਨੂੰ ਰਾਖ ਕਰ ਦਿੰਦੀ ਹੈ। ਤੇ ਸਿੱਟਾ ਇਹ ਨਿਕਲਿਆ ਕਿ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨਸ਼ਟ ਹੋ ਜਾਂਦੇ ਨੇ। ਉਸੇ ਤਰ੍ਹਾਂ ਹੀ ਜਿਵੇਂ ਅਗਨੀ ਲੱਖਾਂ ਮਣ ਲੱਕੜੀ ਨੂੰ ਸੁਆਹ ਕਰਕੇ ਰੱਖ ਦਿੰਦੀ ਹੈ, ਤਿਵੇਂ ਸਿਮਰਨ ਦੀ ਸ਼ਕਤੀ ਦੇ ਨਾਲ ਕੀਤੇ ਹੋਏ ਪਾਪਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ, ਰਾਮ ਕਹਿਤ ਹੀ। ਤੇ ਇਸੇ ਤਰ੍ਹਾਂ ਕੋਟ ਅਗਾ ਗਏ ਨਾਸ, ਇੱਕ ਧਿਆਇਆ। ਤੇ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਫਰਮਾਨ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਸੋ ਕੀਤੇ ਹੋਏ ਬੁਰੇ ਕਰਮ ਤਥਾ ਪਾਪਾਂ ਦੇ ਦੰਡ ਤੋਂ ਬਚਣ ਲਈ ਕੇਵਲ ਨਾਮ ਸਿਮਰਨ ਹੀ ਸਹਾਇਤਾ ਕਰਦਾ ਹੈ। ਬੱਚਾ ਜਦੋਂ ਕਦੀ ਅਪਰਾਧ ਕਰਦਾ ਹੈ, ਮਾਂ ਕਈ ਵਾਰੀ ਗੁੱਸੇ ਵਿੱਚ ਆ ਕੇ ਉਸਦੇ ਮੂੰਹ ਤੇ ਚੰਡ ਵੀ ਮਾਰ ਦਿੰਦੀ ਹੈ। ਉਸ ਨੂੰ ਮਾਰ ਕੇ ਕੋਈ ਸਵਾਦ ਨਹੀਂ ਆਉਂਦਾ, ਸਗੋਂ ਬੱਚੇ ਦੀ ਗਲ ਤੇ ਆਪਣੀਆਂ ਉਂਗਲਾਂ ਦੇ ਨਿਸ਼ਾਨ ਤੱਕਦੀ ਹੈ ਤਾਂ ਕਈ ਵਾਰੀ ਆਪਣੇ ਆਪ ਨੂੰ ਲਾਹਣਤਾਂ ਵੀ ਪਾਉਂਦੀ ਹੈ, ਪਛਤਾਉਂਦੀ ਵੀ ਹੈ ਕਿ ਮੈਂ ਕਿਉਂ ਮਾਰਿਆ ਹੈ। ਉਸ ਦਾ ਮਾਰਨ ਦਾ ਭਾਵ ਕੇਵਲ ਇਹ ਹੀ ਹੁੰਦਾ ਹੈ ਕਿ ਬੱਚਾ ਅੱਗੋਂ ਤੋਂ ਉਹ ਬੁਰਾ ਕੰਮ ਨਾ ਕਰੇ। ਹਾਂ, ਜੇਕਰ ਬੱਚਾ ਮਾਰ ਤੋਂ ਡਰਦਾ ਹੋਇਆ ਮਾਂ ਪਾਸੋਂ ਪਛਤਾਪ ਕਰਕੇ ਮੁਆਫ਼ੀ ਮੰਗ ਲਵੇ ਤਾਂ ਕਹੇ, ਮਾਂ ਮੈਂ ਅੱਗੇ ਤੋਂ ਫੇਰ ਇਹ ਕਦੀ ਨਹੀਂ ਕਰਦਾ, ਤਾਂ ਮਾਤਾ ਪਿਤਾ ਉਸੇ ਵੇਲੇ ਬਖਸ਼ ਦਿੰਦੇ ਨੇ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੈ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲੈ,
ਪ੍ਰਭ ਆਗੇ ਮਾਰਗ ਪਾਵੇ। ਸਾਡਾ ਪ੍ਰਭੂ ਬਖਸ਼ਿੰਦ ਹੈ, ਜੱਜ ਨਹੀਂ, ਮਾਤਾ ਪਿਤਾ ਹੈ। ਸਾਡੇ ਪਾਪ ਕਿੰਨੇ ਵੀ ਕਿਉਂ ਨਾ ਹੋਣ, ਉਹ ਮਿੰਟਾਂ ਸਕਿੰਟਾਂ ਦੇ ਵਿੱਚ ਵੀ ਬਖਸ਼ ਦਿੰਦਾ ਹੈ। ਕੋਟ ਖਤੇ ਖਿਨ ਮਹਿ ਖਿਨ ਬਖਸ਼ਨ ਹਾਰ, ਭਗਤ ਭਾਏ ਸਦਾ ਨਿਸਤਾਰ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਨਾਂ ਕਾਲੇ ਲੇਖਾਂ ਦੇ ਮਿਟਾਉਣ ਦਾ ਇੱਕ ਸੋਹਣਾ ਨੁਸਖਾ ਲਿਖਿਆ ਹੈ, ਜੋ ਇਸ ਤਰ੍ਹਾਂ ਹੈ। ਲਿਖਿਆ ਮੇਟ ਸਕੈ ਇਹ ਗੱਲ ਤਹਿਕੀਕ, ਲਿਖਣ ਹਾਰੀ ਕਲਮ ਪਰ ਬਾਹ ਸਕਦੀ ਹੈ ਲੀਕ। ਕਦਮ ਜਿਦੇ ਇਹ ਹੱਥ ਹੈ, ਚੁੰਮ ਹੱਥ ਦਿਨ ਤੇ ਰਾਤ। ਚੀਚ ਗਲੋਲੇ ਜਾਣ ਬਣ ਹਰਫ ਲਿਖੀਦੇ ਠੀਕ। ਜਿਸ ਨੇ ਸਾਡੇ ਹੱਥਾਂ ਅਥਵਾ ਮੱਥੇ ਦੇ ਲੇਖ ਲਿਖੇ ਨੇ, ਉਹ ਸਮਰੱਥ ਹੈ ਜੋ ਉਹਨਾਂ ਨੂੰ ਮੇਟ ਸਕੇ। ਹੋਰ ਸੰਸਾਰ ਦੇ ਵਿੱਚ ਕਿਸੇ ਵੀ ਕੋਲ ਐਸੀ ਸ਼ਕਤੀ ਨਹੀਂ ਹੈ। ਇੱਥੇ ਇੱਕ ਉਦਾਹਰਨ ਭਾਈ ਸਾਹਿਬ ਦਿੰਦੇ ਨੇ ਸਪਸ਼ਟ ਕਰਨ ਦੇ ਲਈ। ਕੋਈ ਬੰਦਾ ਆਪਣੀ ਲੜਕੀ ਦੇ ਵਿਆਹ ਲਈ ਆਪਣੇ ਅਫਸਰ ਨੂੰ ਕੁਝ ਦਿਨ ਦੀ ਛੁੱਟੀ ਲਈ ਅਰਜੀ ਦਿੰਦਾ ਹੈ। ਅਫਸਰ ਆਪਣੀ ਮਰਜ਼ੀ ਦੇ ਨਾਲ ਉਸ ਅਰਜੀ ਨੂੰ ਨਾ ਕਰ ਦਿੰਦਾ ਹੈ। ਹੁਣ ਉਸ ਬੰਦੇ ਦੇ ਕੋਲ ਦੋ ਰਸਤੇ ਰਹਿ ਗਏ ਨੇ। ਇੱਕ ਤਾਂ ਇਹ ਕਿ ਉਹ ਆਨੰਦ ਕਾਰਜ ਨੂੰ ਅੱਗੇ ਪਾ ਦੇਵੇ, ਜਾਂ ਫਿਰ ਉਸੇ ਅਫਸਰ ਪਾਸ ਜਾ ਕੇ ਆਪਣੀ ਮਜਬੂਰੀ ਦੱਸੇ ਕਿ ਘਰ ਵਿੱਚ ਮੈਂ ਹੀ ਸਿਆਣਾ ਹਾਂ, ਜਿਸ ਨੇ ਦੌੜ ਭੱਜ ਕਰਕੇ ਸਾਰੇ ਕੰਮ ਕਰਨੇ ਨੇ, ਕੱਪੜੇ ਗਹਿਣੇ ਰਾਸ਼ਨ ਦਾ ਪ੍ਰਬੰਧ ਕਰਨਾ ਹੈ ਆਦਿ। ਜੇਕਰ ਕੋਈ ਹੋਰ ਕਰਨਯੋਗ ਹੁੰਦਾ ਤਾਂ ਮੈਂ ਤੁਸਾਂ ਦਾ ਹੁਕਮ ਨਾ ਮੋੜਦਾ। ਹੁਣ ਕਿਰਪਾ ਕਰਕੇ ਮੇਰੀ ਛੁੱਟੀ ਜ਼ਰੂਰ ਮਨਜ਼ੂਰ ਕਰ ਲਵੋ। ਅਫਸਰ ਉਸ ਨਾਲ ਸਹਿਮਤ ਹੋ ਜਾਂਦਾ ਹੈ ਤੇ ਉਸ ਦੀ ਨੋਹ ਨੂੰ ਕੱਟ ਕੇ ਯੈਸ ਕਰ ਦਿੰਦਾ ਹੈ। ਸਗੋਂ ਇਹ ਵੀ ਕਹਿ ਦਿੰਦਾ ਹੈ, ਜੇ ਕਿਸੇ ਦਿਨ ਜ਼ਰੂਰੀ ਕੰਮ ਹੋਵੇ ਤਾਂ ਪਹਿਲਾਂ ਦੱਸ ਕੇ ਜਾ ਸਕਦਾ ਹੈ, ਕਿਸੇ ਕਿਸਮ ਦੀ ਸ਼ਰਮ ਨਾ ਕਰੀ। ਇਸੇ ਪ੍ਰਕਾਰ ਪ੍ਰਭੂ ਦੀ ਸ਼ਰਨ 'ਚ ਜਾਣ ਦੇ ਨਾਲ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਸਗੋਂ ਵਧੇਰੇ ਬਖਸ਼ਿਸ਼ ਹੋ ਜਾਂਦੀ ਹੈ। ਜਦ ਕਦੇ ਸਾਡੇ ਸਿਰ ਤੇ ਆਫਤ ਪਵੇ, ਅਸੀਂ ਘਬਰਾਏ ਹੋਏ ਪੰਡਤਾਂ ਮੁੱਲਾਂ ਮੁਲਾਣਿਆਂ ਪਾਸ ਭੱਜਦੇ ਹਾਂ। ਉਹਨਾਂ ਦੇ ਦੱਸੇ ਮੰਤਰ ਜੰਤਰ ਤੇ ਤਵੀਤ ਆਦਿ ਤੇ ਧਾਗੇ ਟੂਣੇ ਲੈਣ ਲਈ ਭੱਜਦੇ ਹਾਂ। ਅਸੀਂ ਆਪਣੀ ਔਲਾਦ ਟਾਲਣ ਦਾ ਯਤਨ ਕਰਦੇ ਹਾਂ, ਪਰ ਹਜ਼ੂਰ ਦਾ ਫਰਮਾਨ ਹੈ, ਜੇ ਘਰ ਹੁੰਦਾ ਮੰਗਣ ਜਾਈਏ, ਫਿਰ ਉਲਾਮਾ ਮਿਲੇ ਤਹੀਂ। ਸਾਡੇ ਤਾਂ ਘਰ ਉਸ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੰਨੀ ਬਾਣੀ ਹੈ, ਤੇ ਜੇਕਰ ਅਸੀਂ ਇਸੇ ਤਰ੍ਹਾਂ ਇਹਨਾਂ ਚੇਲਿਆਂ ਚਾਟਿਆਂ ਦੇ ਮਗਰ ਲੱਗੇ ਫਿਰੀਏ ਤਾਂ ਸਾਡੇ ਮੰਦੇ ਭਾਗ ਨੇ। ਇਸ ਹੀ ਲੇਖ ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਸਮਾਂ ਹੋਇਆ ਇੱਕ ਜਾਂ ਦੋ ਹੋਰ ਲੇਖ ਆਪ ਜੀ ਦੇ ਨਾਲ ਸਾਂਝੇ ਕਰਾਂਗੇ। अपने दास का सदा रखवाला, अपने दास का सदा रखवाला, कर कृपा अपने कर राखे, मात पिता जियों पाला, कर कृपा अपने कर राखे, मात पिता जियों पाला, अपने दास का सदा रखवाला, अपने दास का सदा रखवाला। और ब्रह्म निभाई पूरी, काई बात न रही आउरी। और ब्रह्म निभाई पूरी, काई बात न रही आउरी। गुर चरण लाए निस्तारे,
कृपा अपने कर राखे। मात पिता जीव पाला अपने दास का सदा रखवाला, अपने दास का सदा रखवाला। कर कृपा अपने कर राखे। मात पिता जीव पाला कर कृपा अपने कर राखे। मात पिता जीव पाला अपने दास का सदा रखवाला, अपने दास का सदा रखवाला। वड पाग सतगुर पाया, दिन जम का पंथ मिटाया। वड पाग सतगुर पाया, दिन जम का पंथ मिटाया। हर भगत पाए चित लागा, जम जीव से वड पागा। हर भगत पाए चित लागा, जब जीव से वड पागा। कर कृपा अपने कर राखे। मात पिता जीव पाला अपने दास का सदा रखवाला, अपने दास का सदा रखवाला। कर कृपा अपने कर राखे। मात पिता जीव पाला कर कृपा अपने कर राखे। मात पिता जीव पाला अपने दास का सदा रखवाला, अपने दास का सदा रखवाला। हर अमृत बाणी गावे, सदा की तूरी नावे। हर अमृत बाणी गावे, सदा की तूरी नावे। अपना नाम आपे दिया, प्रभु करनार रख लिया। अपना नाम आपे दिया, प्रभु करनार रख लिया। कर कृपा अपने कर राखे। मात पिता जीव पाला अपने दास का सदा रखवाला, अपने दास का सदा रखवाला। कर कृपा अपने कर राखे। मात पिता जीव पाला कर कृपा अपने कर राखे। मात पिता जीव पाला अपने दास का सदा रखवाला, अपने दास का सदा रखवाला। हर दर्शन प्राण आधारा है, पूरन विमल विचारा। हर दर्शन प्राण आधारा है, पूरन विमल विचारा। कर कृपा अंतर जामी, दास नानक शरण सुआमी। कर कृपा अंतर जामी, दास नानक शरण सुआमी। कर कृपा अपने कर राखे। मात पिता जीव पाला अपने दास का सदा रखवाला, अपने दास का सदा रखवाला।
कर कृपा अपने कर राखे मात पिता जीव पाला कर कृपा अपने कर राखे मात पिता जीव पाला अपने दास का सदा रखवाला अपने दास का सदा रखवाला पर ब्रह्म निभाई पूरी काई बात न रही आऊरी पर ब्रह्म निभाई पूरी काई बात न रही आऊरी पुर चरण लाए निस्तारे हर हर नाम समारे पुर चरण लाए निस्तारे हर हर नाम समारे कर कृपा अपने कर राखे मात पिता जीव पाला अपने दास का सदा रखवाला अपने दास का सदा रखवाला कर कृपा अपने कर राखे मात पिता जीव पाला कर कृपा अपने कर राखे मात पिता जीव पाला अपने दास का सदा रखवाला 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 ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਆਓ ਚੱਲਦੇ ਹਾਂ ਅਗਲੇ ਲੇਖ ਵੱਲ, ਜਿਹਦਾ ਸ਼ੀਰਸ਼ਕ ਸੋਢੀ ਹਰਭਜਨ ਸਿੰਘ ਜੀ ਨੇ ਦਿੱਤਾ ਹੈ, ਸ੍ਰੀ ਵਾਹਿਗੁਰੂ ਤੇ ਵਾਹਿਗੁਰੂ। जैसे 68 तीर्थ परस कियो, जुग चार चढ़े कैलाश रह्यो। जैसे कोट बरस तप उदर मुखी, बैसंतर मह तन दाहे दियो। जैसे लाख वार कुरुक्षेत्र मह, असमेध जग अभंग ठियो। पुन अमृत नाम विशेष इति, ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਸਵਈਏ ਦੇ ਵਿੱਚ ਫਰਮਾਉਂਦੇ ਨੇ, ਜੇਕਰ ਕੋਈ ਜੀਵ 68 ਤੀਰਥਾਂ ਦਾ ਦਰਸ਼ ਇਸ਼ਨਾਨ ਕਰ ਲਵੇ, 4 ਯੁਗ ਤਥਾ 46 ਲੱਖ 20 ਹਜ਼ਾਰ ਸਾਲ ਕੈਲਾਸ਼ ਪਰਬਤ ਤੇ ਚੜ੍ਹਿਆ ਰਹੇ, ਕਰੋੜ ਸਾਲ ਸਿਰ ਥੱਲੇ ਤੇ ਪੈਰ ਉੱਪਰ ਕਰਕੇ ਤਪ ਕਰਦਾ ਰਹੇ ਤੇ ਆਪਣੇ ਤਨ ਨੂੰ ਅਗਨੀ ਦੀ ਭੇਟਾ ਕਰ ਦੇਵੇ, ਕੁਰੂਕਸ਼ੇਤਰ ਜਾ ਕੇ ਲੱਖਾਂ ਵਾਰੀ ਸੰਪੂਰਨ ਅਸਮੇਧ ਜਗ ਕਰੇ, ਪਰ ਇਹ ਸਾਰਾ ਕੁਝ ਕਰਨ ਦਾ ਫਲ ਦੇਣ ਵਾਲੇ ਕਰਮਾਂ ਦੇ ਨਾਲੋਂ ਇੱਕ ਵਾਰੀ ਸ੍ਰੀ ਵਾਹਿਗੁਰੂ ਕਹਿਣ ਦੇ ਵਿੱਚ ਫਲ ਜ਼ਿਆਦਾ ਹੈ। ਸਿੱਟਾ ਇਹ ਹੈ, ਜੇਕਰ ਸਾਨੂੰ ਫਲ ਦੀ ਇੱਛਾ ਹੈ ਤਾਂ ਸਾਨੂੰ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ, ਜੋ ਸਾਰੇ ਸੁੱਖਾਂ ਦਾ ਦਾਤਾ ਹੈ। ਗ੍ਰਸਤੀ ਦਾ ਪਹਿਲ ਸੰਸਾਰਕ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਹੁੰਦਾ ਹੈ, ਪਰ ਜਦ ਉਹ ਪੂਰੀਆਂ ਹੋ ਜਾਣ ਤਾਂ ਉਸ ਦਾ ਚਿੱਤ ਉਸ ਦਾਤਾਂ ਦੇਣ ਵਾਲੇ ਪ੍ਰਭੂ ਦੇ ਨਾਲ ਗੂੜਾ ਪਿਆਰ ਪਾ ਲੈਂਦਾ ਹੈ। ਉਸ ਨੂੰ ਫਿਰ ਦਾਤਾਂ ਨਾਲੋਂ ਦਾਤਾਰ ਦੇ ਨਾਲ ਪ੍ਰੇਮ ਹੋ ਜਾਂਦਾ ਹੈ ਤੇ ਉਹ ਬੇਫਿਕਰ ਹੋ ਕੇ ਵਾਹਿਗੁਰੂ ਸ਼ਬਦ ਦਾ ਜਾਪ ਸ਼ੁਰੂ ਕਰ ਦਿੰਦਾ ਹੈ। ਭਗਤ ਕਬੀਰ ਜੀ ਮਹਾਰਾਜ ਨੇ ਫਰਮਾਇਆ ਹੈ, ਭੂਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਹਉ ਮੰਗਉ ਸੰਤਨ ਰੇਨਾ, मैं नाही किसी का देना। माधव कैसी बने तुम संगे,
ਆਪ ਨ ਦੇਹੋ ਤਾਂ ਲੇਵਹੁ ਮੰਗੈ ਰਹਾਓ। ਦੋਏ ਸੇਰ ਮੰਗੋ ਚੂਨਾ ਪਾਓ ਘੀਓ ਸੰਗ ਲੂਨਾ। ਅਧ ਸੇਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜਿਵਾਲੇ। ਖਾਟ ਮੰਗੋ ਚੌਪਾਈ ਸਿਹਰਾਨਾ ਅਵਰ ਤੁਲਾਈ। ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ। ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ। ਕਹਿ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਭਗਤ ਕਬੀਰ ਜੀ ਮਹਾਰਾਜ ਨੇ ਸਪਸ਼ਟ ਕੀਤਾ ਹੈ ਕਿ ਮੈਂ ਭੁੱਖਾ ਰਹਿ ਕੇ ਭਗਤੀ ਨਹੀਂ ਕਰ ਸਕਦਾ। ਤੁਸੀਂ ਆਪਣੀ ਮਾਲਾ ਸੰਭਾਲ ਲਵੋ। ਮੈਂ ਸੰਤਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਮੈਂ ਕਿਸੇ ਪਾਸੋਂ ਕੋਈ ਕਰਜ਼ਾ ਨਹੀਂ ਲਿਆ ਹੋਇਆ। ਮੈਂ ਮਾਇਆ ਦੇ ਪਤੀ ਤੇਰੇ ਕੋਲੋਂ ਸ਼ਰਮ ਕਰੀਏ ਤਾਂ ਸਾਡਾ ਕੁਝ ਸਰਦਾ ਨਹੀਂ, ਪਰ ਜੇਕਰ ਤੂੰ ਆਪ ਨਹੀਂ ਦਿੰਦਾ ਤਾਂ ਅਸੀਂ ਮੰਗ ਲੈਣਾ ਹੋਇਆ ਹੈ। ਹੁਣ ਉਹ ਆਪਣੀ ਮੰਗ ਦਾ ਵਿਸਥਾਰ ਦੱਸਦੇ ਨੇ। ਕਬੀਰ ਜੀ ਦਾ ਪਰਿਵਾਰ 4 ਜੀਵਾਂ ਦਾ ਸੀ। ਹਰ ਇੱਕ ਲਈ ਅੱਧਾ ਸੇਰ ਆਟਾ ਭਾਵ 2 ਸੇਰ ਆਟਾ, ਪਾ ਘਿਓ ਤੇ ਲੂਣ, ਅੱਧਾ ਸੇਰ ਦਾਲ ਦੋਵੇਂ ਵੇਲਿਆਂ ਲਈ, ਚੌਹਾਂ ਲਈ ਵੱਖਰੀ ਵੱਖਰੀ 4 ਪਾਵਿਆਂ ਵਾਲੀ ਮੰਜੀ, ਸਿਰਹਾਣਾ, ਤਲਾਈ ਤੇ ਉੱਪਰ ਲੈਣ ਲਈ ਰਜਾਈ ਚਾਹੀਦੀ ਹੈ ਤਾਂ ਕਿ ਸੇਵਕ ਤੇਰੀ ਭਗਤੀ ਦੇ ਵਿੱਚ ਨਿਸ਼ਚੰਤ ਹੋ ਕੇ ਭਗਤੀ ਕਰਦਾ ਰਹੇ। ਉਹ ਕਹਿੰਦੇ ਨੇ ਕਿ ਮੈਂ ਜ਼ਰੂਰੀ ਲੋੜ ਦੀਆਂ ਚੀਜ਼ਾਂ ਹੀ ਮੰਗੀਆਂ ਨੇ, ਲੋਭ ਨਹੀਂ ਕੀਤਾ। ਸਗੋਂ ਤੁਹਾਡਾ ਨਾਮ ਮੈਨੂੰ ਸਭ ਤੋਂ ਚੰਗਾ ਲੱਗਦਾ ਹੈ। ਅਖੀਰ ਦੇ ਵਿੱਚ ਫਰਮਾਉਂਦੇ ਨੇ ਕਿ ਜਦ ਮਨ ਪ੍ਰਸੰਨ ਹੋ ਜਾਵੇ ਤਦ ਹੀ ਉਹ ਹਰੀ ਨੂੰ ਜਾਣ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਇੱਕ ਅਲੌਕਿਕ ਸ਼ਬਦ ਰਾਗ ਕਾਨੜਾ ਦੇ ਵਿੱਚ ਮਿਲਦਾ ਹੈ। ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇਹ ਰਹਾਓ। ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇਹ। ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ, ਪਰਮ ਨਿਧਾਨ। ਭੈ ਭਾਏ ਭਗਤ ਨਿਹਾਲ, ਨਾਨਕ ਸਦਾ ਸਦਾ ਕੁਰਬਾਨ। ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਕੋਈ ਮੰਗ ਮੰਗਣ ਤੋਂ ਪਹਿਲਾਂ ਸਾਨੂੰ ਦੱਸਿਆ ਹੈ ਕਿ ਜਿਸ ਪਾਸੋਂ ਕੋਈ ਚੀਜ਼ ਮੰਗਣੀ ਹੋਵੇ, ਸਭ ਤੋਂ ਪਹਿਲਾਂ ਸਾਨੂੰ ਉਸ ਦੇ ਨਾਲ ਪਿਆਰ ਪਾਉਣਾ ਚਾਹੀਦਾ ਹੈ। ਬਿਨਾਂ ਪਿਆਰ ਦੇ ਕੋਈ ਚੀਜ਼ ਮੰਗੀਏ ਤਾਂ ਪ੍ਰਾਪਤੀ ਨਹੀਂ ਹੋ ਸਕਦੀ। ਇਸ ਦੇ ਉਲਟ ਆਪਣੇ ਪਿਆਰੇ ਪਾਸੋਂ ਜੋ ਵੀ ਮੰਗੀਏ, ਰਸਤੇ ਨੂੰ ਉਲੰਘ ਕੇ ਵੀ ਉਹ ਹਰ ਚੀਜ਼ ਦੇਵੇਗਾ। ਜੇਕਰ ਉਸ ਪਾਸ ਨਾ ਵੀ ਹੋਵੇ ਤਾਂ ਵੀ ਉਹ ਗੁਆਂਢੀ ਜਾਂ ਕਿਸੇ ਮਿੱਤਰ ਪਾਸੋਂ ਲੈ ਕੇ ਦੇ ਦਿੰਦਾ ਹੈ। ਇਸ ਸ਼ਬਦ ਦੇ ਵਿੱਚ ਉਹ ਪਹਿਲਾਂ ਇਹ ਤਸਦੀਕ ਕਰਦੇ ਨੇ ਕਿ ਹੇ ਵਾਹਿਗੁਰੂ, ਤੇ ਮੇਰਾ ਤੇਰੇ ਨਾਲ ਪਿਆਰ ਹੈ, ਤੂੰ ਮੇਰਾ ਸੱਜਣ ਹੈ, ਮਿੱਤਰ ਹੈ, ਤੇਰੇ ਘਰ ਵਿੱਚ ਸਭ ਕੁਝ ਹੈ। ਹੇ ਜਾਲ, ਤੇਰੇ ਘਰ ਤਾਂ ਸਭ ਕੁਝ ਹੈ, ਤੂੰ ਮੈਨੂੰ ਵੀ ਕੁਝ ਦੇ। ਹੁਣ ਉਹ ਆਪਣੀਆਂ ਮੰਗਾਂ ਉਸ ਦੇ ਅੱਗੇ ਦੱਸਦੇ ਨੇ, ਇੱਜ਼ਤ ਮੰਗਦੇ ਨੇ, ਕਿਉਂਕਿ ਜਦ ਬੰਦੇ ਦੀ ਇੱਜ਼ਤ ਨਹੀਂ ਤਾਂ ਟਕੇ ਦਾ ਵੀ ਉਹ ਨਹੀਂ, ਚਾਹੇ ਉਹ ਕਰੋੜਪਤੀ ਵੀ ਕਿਉਂ ਨਾ ਹੋਵੇ। ਤਾਨ ਭਾਵ ਤਾਕਤ ਮੰਗਦੇ ਨੇ, ਕਿਉਂਕਿ ਕਮਜ਼ੋਰ ਨੂੰ ਕੋਈ ਜੀਣ ਦਾ ਹੱਕ ਨਹੀਂ। ਧਨ ਜੜ ਮਾਇਆ, ਲਖਮੀ ਚਿੰਤਨ ਮਾਇਆ, ਇਸਤਰੀ ਪੁੱਤਰ ਵੀ ਦੇਵੋ। ਮੁਕਤੀ ਚਾਹੀਦੀ ਹੈ। ਜੁਗਤੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰੀ ਲੋਕਾਂ ਦੇ ਨਾਲ ਮਿਲ ਵਰਤਣ ਦੀ ਜੁਗਤੀ ਚਾਹੀਦੀ ਹੈ। ਭੁਗਤ ਛਕਾਉਣ ਵਾਲੇ ਪਦਾਰਥ ਚਾਹੀਦੇ ਨੇ, ਕਿਉਂਕਿ ਕਈ ਵਾਰੀ ਪੱਲੇ ਧਨ ਹੁੰਦਿਆਂ ਹੋਇਆਂ ਵੀ ਇਹਨਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਤਿੰਨੇ ਚੀਜ਼ਾਂ ਮੈਨੂੰ ਸੰਪੂਰਨ ਚਾਹੀਦੀਆਂ ਨੇ। ਪਰਮਾਨੰਦ, ਉਹ ਆਨੰਦ ਜੋ ਸਦੀਵ ਕਾਲ ਦਾ ਹੋਵੇ। ਧਰਮ ਨਿਧਾਨ, ਉਹ ਖਜ਼ਾਨਾ ਜੋ ਕਦੇ ਨਖੁੱਟੇ ਨਾ, ਸਤਿਗੁਰੂ ਜੀ ਮੰਗਦੇ ਨੇ। ਇਹ ਨਾ ਹੋਵੇ ਕਿ ਇਹਨਾਂ ਚੀਜ਼ਾਂ ਨੂੰ ਮੈਂ ਪ੍ਰਾਪਤ ਕਰਕੇ ਤੁਸਾਂ ਨੂੰ ਭੁੱਲ ਜਾਵਾਂ, ਇਸ ਲਈ ਮੈਨੂੰ ਆਪਣਾ ਡਰ ਵੀ ਦਿਓ, ਆਪਣਾ ਪਿਆਰ ਦਿਓ, ਆਪਣੀ ਭਗਤੀ ਦਿਓ, ਤਾਂ ਕਿ ਮੈਂ ਸਦਾ ਹੀ ਨਿਹਾਲ ਰਹਾਂ ਤੇ ਤੁਹਾਡੇ ਤੋਂ ਕੁਰਬਾਨ ਜਾਂਦਾ ਰਹਾਂ। ਕਮਾਲ ਇਹ ਹੈ ਕਿ 15 ਮੰਗਾਂ ਦੇ ਵਿੱਚ ਸੰਸਾਰਿਕ, ਵਿਹਾਰਕ ਤੇ ਆਤਮਕ ਸਾਰੀਆਂ ਹੀ ਆ ਜਾਂਦੀਆਂ ਨੇ।
ਜਿਸ ਸ਼ੈ ਦੀ ਸਾਨੂੰ ਪ੍ਰਥਮ ਲੋੜ ਹੋਵੇ ਉਸ ਦੀ ਪ੍ਰਾਪਤੀ ਹੋ ਜਾਣ ਤੇ ਸਾਡਾ ਨਿਸ਼ਚਾ ਅਕਾਲ ਪੁਰਖ ਤੇ ਦ੍ਰਿੜ ਹੋ ਜਾਂਦਾ ਹੈ। ਇਸ ਲਈ ਸਾਨੂੰ ਨਿਸੰਗ ਹੋ ਕੇ ਉਹ ਮੰਗਣਾ ਚਾਹੀਦਾ ਹੈ ਜਿਸ ਦੀ ਮਨ ਦੇ ਵਿੱਚ ਖਾਹਿਸ਼ ਹੋਵੇ। ਸੰਤ ਬਾਬਾ ਨੰਦ ਸਿੰਘ ਜੀ ਪਾਸ ਇੱਕ ਰਾਗਾ ਸਿੰਘ ਆਇਆ। ਕਹਿਣ ਲੱਗਾ, ਮਹਾਰਾਜ, ਮਾਇਆ ਦੀ ਬੜੀ ਥੋੜ ਹੈ, ਭੁੱਖਾ ਮਾਰਿਆ ਹਾਂ, ਕੁਛ ਬਖਸ਼ਿਸ਼ ਕਰੋ। ਉਹਨਾਂ ਕਿਹਾ, ਕੀਰਤਨ ਸੁਣਾਓ, ਸਭ ਕੁਝ ਪ੍ਰਾਪਤ ਹੋ ਜਾਵੇਗਾ। ਰਾਗਾ ਸਿੰਘ ਨੇ ਸ਼ਬਦ ਪੜ੍ਹਿਆ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸੰਤਾਂ ਨੇ ਇੱਕ ਸਿੰਘ ਨੂੰ ਕਿਹਾ, ਇਸ ਕੋਲੋਂ ਹਾਰਮੋਨੀਅਮ ਖੋਹ ਲਵੋ। ਕਹਿਣ ਲੱਗੇ, ਤੈਨੂੰ ਕੁਝ ਨਹੀਂ ਮਿਲਣਾ। ਤੇਰੇ ਮਨ ਅੰਦਰ ਇਹ ਖਾਸ਼ ਹੈ ਕਿ ਮਾਇਆ ਮਿਲੇ, ਪਰ ਉੱਤੋਂ ਨਾਮ ਮੰਗਦਾ ਹੈ। ਇਸ ਦੇ ਮਨ ਅੰਦਰ ਕੁਝ ਹੋਰ ਹੈ, ਮੂੰਹ ਤੇ ਕੁਝ ਹੋਰ। ਉਹ ਦੋਹਾਂ ਪਾਸਿਆਂ ਤੋਂ ਖਾਲੀ ਰਹਿ ਜਾਂਦਾ ਹੈ। ਜਿਸ ਦੇ ਨਾਲ ਇਸ ਤਰ੍ਹਾਂ ਹੋਵੇ ਕਿ ਅੰਦਰੋਂ ਕੁਝ ਹੋਰ ਚਾਹੁੰਦਾ ਹੈ ਤੇ ਮੂੰਹ ਤੋਂ ਕੁਝ ਹੋਰ ਕਹਿੰਦਾ ਹੈ। ਜਿਨ ਮਨ ਹੋਰ ਮੁਖ ਹੋਰ, ਸੇ ਕਾਢੇ ਕੱਚਿਆ। ਗੁਰਬਾਣੀ ਦਾ ਫਰਮਾਨ ਹੈ। ਸਿੱਟਾ ਇਹ ਨਿਕਲਿਆ, ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਦੁਨਿਆਵੀ ਮੰਗਾਂ ਲਈ ਸ੍ਰੀ ਵਾਹਿਗੁਰੂ ਦਾ ਜਾਪ ਕਰੋ ਤੇ ਆਤਮਕ ਮੰਗਾਂ ਲਈ ਵਾਹਿਗੁਰੂ ਦਾ ਜਾਪ ਫਲ ਪ੍ਰਦਾਤਾ ਹੈ। ਸੋ ਇਹ ਸੀ ਲੇਖ ਸ੍ਰੀ ਵਾਹਿਗੁਰੂ ਤੇ ਵਾਹਿਗੁਰੂ, ਜਿਹਦੇ ਵਿੱਚ ਟੋਡੀ ਜੀ ਨੇ ਸਾਨੂੰ ਦਰਸਾਇਆ ਹੈ ਕਿ ਅਗਰ ਕਿਸੇ ਚੀਜ਼ ਦੀ ਥੋੜ ਹੈ ਤੇ ਉਸ ਪਰਮਾਤਮਾ ਪਾਸੋਂ ਮੰਗਣੀ ਚਾਹੀਦੀ ਹੈ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹਮ ਬਾਰਕ ਤੁਮਰੇ ਤਾਰੇ, ਹਮ ਬਾਰਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹਮ ਬਾਰਕ ਤੁਮਰੇ ਤਾਰੇ, ਹਮ ਬਾਰਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਜਿਹਵਾ ਏਕ ਕਵਨ ਗੁਣ ਕਹੀਏ, ਜਿਹਵਾ ਏਕ ਕਵਨ ਗੁਣ ਕਹੀਏ। ਜਿਹਵਾ ਏਕ ਕਵਨ ਗੁਣ ਕਹੀਏ, ਜਿਹਵਾ ਏਕ ਕਵਨ ਗੁਣ ਕਹੀਏ। ਬੇਸ਼ੁਮਾਰ
नहीं रही। तुम दाते ठाकुर व्रत पालक नायक खसम हमारे। तुम दाते ठाकुर व्रत पालक नायक खसम हमारे। निमख निमख तुम ही व्रत पालो। निमख निमख तुम ही व्रत पालो। हम बारक तुम रे तारे। हम बारक तुम रे तारे। तुम दाते ठाकुर व्रत पालक नायक खसम हमारे। तुम दाते ठाकुर व्रत पालक नायक खसम हमारे। कोट पराग हमारे खंडो। हमारे खंडो। कोट पराग हमारे खंडो। कोट पराग हमारे खंडो। अनक विधि समझाओ। अनक विधि समझाओ। अनक विधि समझाओ। अनक विधि समझाओ। हम अज्ञान अल्प मत थोड़ी। 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 तुम आपन बिरद रखाओ। तुम आपन बिरद रखाओ। तुम आपन बिरद रखाओ। तुम आपन बिरद रखाओ।
ਹਾਂਜੀ, ਇਹ ਸਨ ਭਾਈ ਤਾਰ ਬਲਵੀਰ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਇੱਕ ਛੋਟਾ ਜਿਹਾ ਲੇਖ ਜਿਹੜਾ ਉਹਨਾਂ ਨੇ ਲਿਖਿਆ ਹੈ ਕਿਤਾਬ ਦੇ ਵਿੱਚ, ਬੜਾ ਲਾਭਦਾਇਕ ਜਾਪਦਾ ਹੈ ਤੇ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਉਹਦਾ ਸ਼ੀਰਸ਼ਕ ਉਹਨਾਂ ਨੇ ਦਿੱਤਾ ਹੈ ਸਹਿਜ ਬਲੋ ਬਹੁ। ਇਹ ਜਿਹੜਾ ਲੇਖ ਹੈ ਜਾਂ ਕੁਝ ਸਤਰਾਂ ਨੇ ਜਿਹੜੀਆਂ ਨੇ ਉਹ ਉਸ ਪ੍ਰਮਾਤਮਾ ਦਾ ਨਾਮ ਕਿਵੇਂ ਜਪਣਾ ਹੈ ਉਹਦੇ ਵੱਲ ਇਸ਼ਾਰਾ ਹੈ। ਭਾਈ ਸਾਹਿਬ ਸੋਢੀ ਹਰਭਜਨ ਸਿੰਘ ਜੀ ਲਿਖਦੇ ਨੇ ਕਿ ਬਚਪਨ ਸਮੇਂ ਦੀ ਗੱਲ ਹੈ, ਇੱਕ ਦਿਨ ਮੇਰੇ ਮਾਤਾ ਜੀ ਲਾਹੌਰ ਕਿਸੇ ਨਿੱਜੀ ਕੰਮ ਵਾਸਤੇ ਗਏ। ਜਾਣ ਤੋਂ ਪਹਿਲੋਂ ਮੈਨੂੰ ਸਮਝਾ ਗਏ ਕਿ ਦੁੱਧ ਕਾੜ੍ਹਨੀ ਦੇ ਵਿੱਚ ਪਾ ਕੇ ਧਰ ਦਿੱਤਾ ਹੈ, ਸ਼ਾਮ ਤੱਕ ਕੜ ਜਾਵੇਗਾ, ਫਿਰ ਥੋੜਾ ਠੰਡਾ ਹੋ ਜਾਣ ਤੇ ਇਸ ਨੂੰ ਦਹੀਂ ਦਾ ਜਾਗ ਲਗਾ ਦੇਵੀਂ। ਸ਼ਾਮ ਤੱਕ ਜਿਹੜਾ ਦੁੱਧ ਹੈ ਉਹ ਕੜ ਗਿਆ ਤੇ ਇਸ ਤਰ੍ਹਾਂ ਉਹਨੂੰ ਜਾਗ ਲਗਾ ਦਿੱਤਾ। ਤੇ ਜਿਵੇਂ ਮਾਤਾ ਜੀ ਨੇ ਕਿਹਾ ਸੀ ਕਿ ਸਵੇਰ ਨੂੰ ਕਾੜ੍ਹਨੀ ਦੇ ਵਿੱਚੋਂ ਰਿੜਕਣ ਲਈ ਚਾਟੀ ਦੇ ਵਿੱਚ ਉਲਟਾ ਕੇ ਫਿਰ ਇਸ ਨੂੰ ਰਿੜਕ ਲਵੀਂ। ਮੈਂ ਇਕੱਲਾ ਹੀ ਘਰ ਦੇ ਵਿੱਚ ਸਾਂ। ਮਾਤਾ ਜੀ ਦੇ ਹੁਕਮ ਅਨੁਸਾਰ ਸਭ ਕੁਝ ਕਰ ਲਿਆ। ਦੂਜੀ ਸਵੇਰ ਮੈਂ ਰਿੜਕਣਾ ਸ਼ੁਰੂ ਕਰ ਦਿੱਤਾ। ਮੈਨੂੰ ਪਤਾ ਸੀ ਮਾਤਾ ਜੀ ਕਾਫੀ ਮੱਖਣ ਕੱਢਦੇ ਨੇ, ਇਸ ਲਈ ਮੈਂ ਵੀ ਚਾਹੁੰਦਾ ਸੀ ਕਿ ਮੈਂ ਉਹਨਾਂ ਨਾਲੋਂ ਜ਼ਿਆਦਾ ਜਿਹੜਾ ਹੈ ਮੱਖਣ ਕੱਢ ਕੇ ਦਿਖਾਵਾਂ। ਤੇ ਇਸ ਨੂੰ ਮੁੱਖ ਰੱਖਦੇ ਹੋਏ ਮੈਂ ਪੂਰੇ ਜ਼ੋਰ ਦੇ ਨਾਲ ਮਧਾਣੀ ਨੂੰ ਰਿੜਕਣਾ ਸ਼ੁਰੂ ਕੀਤਾ। ਮਧਾਣੀ ਘੁਮਾ ਕੇ ਜਿਹੜਾ ਹੈ ਜ਼ੋਰ ਦੇ ਨਾਲ ਰਿੜਕਣ ਦੇ ਕਰਕੇ ਦਹੀਂ ਦੀਆਂ ਕਾਫੀ ਫੁੱਟੀਆਂ ਚਾਟੀ ਤੋਂ ਬਾਹਰ ਨਿਕਲ ਗਈਆਂ। ਕੁਝ ਮੇਰੇ ਹੱਥਾਂ ਪੈਰਾਂ ਤੇ ਆ ਡਿੱਗੀਆਂ, ਪਰ ਮੈਂ ਜ਼ੋਰ ਦੇ ਨਾਲ ਰਿੜਕੀ ਗਿਆ। ਕਾਫੀ ਰਿੜਕਣ ਪਿੱਛੋਂ ਮੈਂ ਸੋਚਿਆ ਹੁਣ ਤਾਂ ਮੱਖਣ ਬਹੁਤ ਸਾਰਾ ਬਣ ਗਿਆ ਹੋਵੇਗਾ। ਜਦ ਮੈਂ ਚਾਟੀ ਅੰਦਰ ਝਾਤ ਮਾਰੀ ਤਾਂ ਮੱਖਣ ਨਹੀਂ ਸੀ ਆਇਆ। ਫਿਰ ਹੋਰ ਜ਼ੋਰ ਦੇ ਨਾਲ ਰਿੜਕਣਾ ਸ਼ੁਰੂ ਕਰ ਦਿੱਤਾ। ਮੈਨੂੰ ਪਸੀਨਾ ਆ ਗਿਆ ਤੇ ਥਾਂ ਦਹੀਂ ਦੇ ਛਿੱਟੇ ਪੈ ਗਏ, ਪਰ ਮੱਖਣ ਦਾ ਨਾਂ ਨਿਸ਼ਾਨ ਨਹੀਂ ਸੀ। ਇੰਨੇ ਚਿਰ ਨੂੰ ਦਿਨ ਚੜ੍ਹ ਆਇਆ ਸੀ। ਇੱਕ ਬੀਬੀ ਲੱਸੀ ਲੈਣ ਵਾਸਤੇ ਸਾਡੇ ਘਰ ਆਈ। ਜਦ ਉਸਨੇ ਮੇਰਾ ਹਾਲ ਦੇਖਿਆ ਤਾਂ ਉਸਨੂੰ ਬੜਾ ਦੁੱਖ ਹੋਇਆ। ਉਸਨੇ ਚਾਟੀ ਦੇ ਵਿੱਚ ਝਾਤ ਮਾਰੀ ਤਾਂ ਉੱਥੇ ਵੀ ਮੱਖਣ ਦਾ ਨਾਂ ਨਿਸ਼ਾਨ ਨਹੀਂ ਸੀ। ਉਹ ਕਹਿਣ ਲੱਗੀ, ਕਾਕਾ, ਇਹ ਕੰਮ ਜ਼ੋਰ ਦਾ ਨਹੀਂ, ਇਹ ਤਾਂ ਸਹਿਜ ਦਾ ਕੰਮ ਹੈ। ਹੁਣ ਤੂੰ ਪੱਖੀ ਲੈ ਕੇ ਆਪਣਾ ਪਸੀਨਾ ਸੁਕਾ ਤੇ ਦੁੱਧ ਨੂੰ ਠੰਡਾ ਹੋਣ ਦੇ। ਅੱਧੇ ਕੁ ਘੰਟੇ ਪਿੱਛੋਂ ਉਸਨੇ ਮੇਰੇ ਪਾਸੋਂ ਪੰਪ ਦੇ ਵਿੱਚੋਂ ਠੰਡਾ ਪਾਣੀ ਕਢਵਾ ਕੇ ਦਹੀਂ ਵਾਲੀ ਚਾਟੀ ਦੇ ਵਿੱਚ ਪਾ ਦਿੱਤਾ। ਮਧਾਣੀ ਦੇ ਕੁਝ ਗੇੜੇ ਦੇ ਕੇ ਮੱਖਣ ਕੱਢ ਲਿਆ, ਜਿਸ ਦਾ ਨਾਂ ਕਿ ਅੱਧਾ ਕਟੋਰਾ ਵੀ ਨਹੀਂ ਭਰਿਆ, ਜਦ ਕਿ ਮੇਰੇ ਮਾਤਾ ਜੀ ਇਸ ਤੋਂ ਦੁੱਗਣਾ ਮੱਖਣ ਕੱਢਿਆ ਕਰਦੇ ਸਨ। ਫਿਰ ਨਹਾ ਧੋ ਕੇ ਮੈਂ ਦਰਬਾਰ ਸਾਹਿਬ ਗਿਆ ਤੇ ਹੁਕਮਨਾਮਾ ਰਾਗ ਆਸਾ ਦੇ ਵਿੱਚੋਂ ਇਹ ਆਇਆ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਇਸ ਵਾਰਤਾ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਪਰਮੇਸ਼ਵਰ ਦਾ ਨਾਮ ਜਪਣ ਲੱਗਿਆਂ ਜ਼ੋਰ ਦੇ ਨਾਲ ਵਾਹਿਗੁਰੂ ਆਖਣ ਦੇ ਨਾਲ ਪ੍ਰਾਪਤੀ ਜ਼ਰੂਰੀ ਨਹੀਂ। ਇਹਦੇ ਉਲਟ ਸਹਿਜ ਤੇ ਪ੍ਰੇਮ ਦੇ ਨਾਲ ਇੱਕ ਵਾਰ ਵਾਹਿਗੁਰੂ ਆਖਣ ਦੇ ਨਾਲ ਸਰੀਰ ਦੇ 7 ਕਰੋੜ ਰੋਮਾਂ ਦੇ ਵਿੱਚੋਂ ਆਪ ਮੁਹਾਰੇ ਹੀ ਜਾਪ ਹੁੰਦਾ ਹੈ। ਇਸ ਨਾਲ ਥੋੜੀ ਖੁਮਾਰੀ ਤੇ ਵਿਗਾਸ ਪ੍ਰਾਪਤ ਹੁੰਦਾ ਹੈ। ਸੋ ਇਹ ਸੀ ਉਹਨਾਂ ਨੇ ਬਹੁਤ ਹੀ ਅੱਛੀ ਜਿਹੜੀ ਹੈ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਹੈ ਕਿ ਕਿਵੇਂ ਜਿਹੜਾ ਨਾਮ ਜਪਣਾ ਹੈ ਸਹਿਜ ਦੇ ਨਾਲ, ਜਿਸ ਤਰ੍ਹਾਂ ਮਧਾਣੀ ਦੇ ਵਿੱਚ ਜਿਹੜੀ ਹੈ ਇੱਕ ਵਾਰ ਇੱਕ ਪਾਸੇ ਨੂੰ ਤਾਂ ਦੂਜੇ ਪਾਸੇ ਨੂੰ ਜਿਹੜਾ ਉਹਨੂੰ ਮਧਾਣੀ ਨੂੰ ਘੁਮਾਇਆ ਜਾਂਦਾ ਹੈ ਰਿੜਕਣ ਲਈ ਦੁੱਧ। ਇਸ ਤਰ੍ਹਾਂ ਵਾਹਿਗੁਰੂ ਜਿਹੜਾ ਹੈ ਉਹਦਾ ਜਾਪ ਕਰਨਾ ਸਾਨੂੰ ਸਮਝਾਇਆ ਹੈ। ਤੇ ਆਓ ਚੱਲਦੇ ਹਾਂ ਅਗਲਾ ਸ਼ਬਦ। ਇਹੀ ਸ਼ਬਦ ਜਿਹੜਾ ਹੈ ਉਹ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ ਆਵਾਜ਼ ਦੇ ਵਿੱਚ ਅਸੀਂ ਸਰਵਣ ਕਰਦੇ ਹਾਂ। ਇੱਕ ਓੰਕਾਰ
सतनाम करता पुरख निरभौ निर्वैर अकाल मूरत अजूनी सैभं गुर प्रसाद हर का बिलोना बिलो मेरे भाई हर का बिलोना बिलो मेरे भाई हर का बिलोना सहज बिलो जैसे तक ना जाई सहज बिलो जैसे तक ना जाई हर का बिलोना बिलो मेरे भाई हर का बिलोना बिलो मेरे भाई हर का बिलोना सहज बिलो जैसे तक ना जाए सहज बिलो जैसे तक ना जाए हर का बिलोना बिलो मेरे भाई हर का बिलोना बिलो मेरे भाई हर का बिलोना सनक सनंद अंत नहीं पाया वेद पढ़े पढ़ ब्रह्म में जन्म गवाया सनक सनंद अंत नहीं पाया वेद पढ़े पढ़ ब्रह्म में जन्म गवाया जन्म गवाया हर का बिलोना बिलो मेरे भाई हर का बिलोना बिलो मेरे भाई हर का बिलोना सहज बिलो जैसे तक ना जाई सहज बिलो जैसे तक ना जाई
तन कर मटकी मन माहे बिलोई, इस मटकी में शब्द संजोई। तन कर मटकी मन माहे बिलोई, इस मटकी में शब्द संजोई, शब्द संजोई। हर का बिलोना बिलो मेरे भाई, हर का बिलोना बिलो मेरे भाई, हर का बिलोना। हर का बिलोवना मन का विचारा, गुर प्रसाद पावे अमृत तारा। हर का बिलोवना मन का विचारा, गुर प्रसाद पावे अमृत तारा, अमृत तारा। हर का बिलोना बिलो मेरे भाई, हर का बिलोना बिलो मेरे भाई, हर का बिलोना। सहज बिलो जैसे तक न जाए, सहज बिलो जैसे तक न जाई, हर का बिलोना बिलो मेरे भाई, हर का बिलोना बिलो मेरे भाई, हर का बिलोना। ਹਾਂਜੀ ਨਾਨਕ ਤੇਰੀ ਵੱਡੀ ਹਾਂਜੀ ਇਹ ਸੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਅਗਲੇ ਸ਼ਬਦ ਦੇ ਨਾਲ ਛੱਡ ਕੇ ਜਾ ਰਹੇ ਹਾਂ, ਤੇ ਅਗਲੇ ਐਤਵਾਰ ਵਾਹਿਗੁਰੂ ਨੇ ਚਾਹਿਆ ਤੇ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਇੱਥੇ ਹੀ, ਤੇ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਦਾ ਪ੍ਰਸਾਦ ਸਰਵਨ ਕਰੋਗੇ। ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ। ਸਿੱਧ ਬੋਲਨ ਸੁਭ ਬਚਨ, ਸਿੱਧ ਬੋਲਨ
ਬਚਨ ਤਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ। ਧਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ। ਸਿੱਧ ਬੋਲਨ ਸੁਭ ਬਚਨ, ਸਿੱਧ ਬੋਲਨ ਸੁਭ ਬਚਨ ਤਨ ਨਾਨਕ ਤੇਰੀ ਵੱਡੀ